सत श्री अकाल, आदाब, नमस्ते। मैं प्रदीप सिंह तंजल, ਤੁਹਾਡਾ ਜਾਵਾਸਕ੍ਰਿਪਟ ਇੰਸਟ੍ਰਕਟਰ। ਅੱਜ ਅਸੀਂ ਪਹਿਲਾ ਲੈਕਚਰ ਉਹਨਾਂ ITI ਸਟੂਡੈਂਟਸ ਵਾਸਤੇ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਕਰੋਨਾ ਵਾਇਰਸ ਦੇ ਕਰਕੇ ਘਰ ਬੈਠਣਾ ਪਿਆ ਔਰ ਪੜ੍ਹਾਈ ਵਿੱਚ ਬਹੁਤ ਦਿੱਕਤ ਆ ਰਹੀ ਹੈ। ਅੱਜ ਅਸੀਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲਾ ਲੈਕਚਰ ਰਿਕਾਰਡ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਜਾਵਾਸਕ੍ਰਿਪਟ ਦੇ ਫੰਡਾਮੈਂਟਲਸ ਪੜ੍ਹਾਂਗੇ। ਇੰਟਰੋਡਕਸ਼ਨ ਤੋਂ ਲੈ ਕੇ ਫੁੱਲ ਫਲੈਜ ਨੌਲੇਜ ਅਸੀਂ ਇਹਦੇ ਵਿੱਚ ਲਵਾਂਗੇ ਕਿ ਜਾਵਾਸਕ੍ਰਿਪਟ ਹੁੰਦੀ ਕੀ ਹੈ, ਉਹਨੂੰ ਅਸੀਂ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈ, ਉਹ ਸਾਰਾ ਕੁਝ ਇਹਦੇ ਵਿੱਚ ਅਸੀਂ ਸਟੈਪ ਬਾਏ ਸਟੈਪ ਸਿੱਖਦੇ ਜਾਵਾਂਗੇ। ਆਓ ਅਸੀਂ ਸਟਾਰਟ ਕਰੀਏ ਕਿ ਜਾਵਾਸਕ੍ਰਿਪਟ ਕੀ ਹੈ, ਫੰਡਾਮੈਂਟਲਸ ਕੀ ਨੇ। ਔਰ ਮੈਂ ਗੁਜ਼ਾਰਿਸ਼ ਕਰੂੰਗਾ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਦਾ ਬੇਸ HTML ਦਾ ਨਹੀਂ ਹੈ, CSS ਨਹੀਂ ਕੀਤੀ, ਉਹ ਕੋਸ਼ਿਸ਼ ਕਰਨ ਥੋੜ੍ਹਾ ਬਹੁਤ HTML CSS ਨੂੰ ਥੋੜ੍ਹਾ ਵਾਚਣ, ਦੇਖਣ, ਉਹਨਾਂ ਨੂੰ ਸਮਝਣ, ਤਾਂ ਕਿ ਜਾਵਾਸਕ੍ਰਿਪਟ ਜਿਹੜੀ ਹੈ ਉਹ ਤੁਹਾਨੂੰ ਸੌਖੀ ਸਮਝ ਲੱਗ ਜਾਵੇ। ਅਸੀਂ ਬਹੁਤ ਸਾਰੇ ਸਟੂਡੈਂਟਸ ਨੂੰ ਆਲਰੇਡੀ HTML CSS ਕਰਵਾ ਚੁੱਕੇ ਹਾਂ ਇੰਪਲੀਮੈਂਟ ਇਨ ਸਟੈਟਿਕ ਵੈਬਸਾਈਟਸ। ਅਸੀਂ ਡਾਇਨਾਮਿਕਸ ਵੈਬਸਾਈਟ ਦੀ ਗੱਲ ਕਰਾਂਗੇ ਇਹਦੇ ਵਿੱਚ ਸਾਰੀ। ਉਸ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਕਿ ਇੱਕ ਜਾਵਾਸਕ੍ਰਿਪਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਟੌਪਿਕ ਹੈ, ਉਹ ਅਸੀਂ ਕਲੀਅਰ ਕਰਾਂਗੇ। ਉਹ ਕਰਨਾ ਵੀ ਜ਼ਰੂਰੀ ਹੈ। ਜਿਨ੍ਹਾਂ ਬੱਚਿਆਂ ਨੇ ਪ੍ਰੋਗਰਾਮਿੰਗ ਕਰਨੀ ਹੈ, ਵੈਬਸਾਈਟ ਡਿਵੈਲਪਮੈਂਟ ਵਿੱਚ ਜਾਣਾ ਹੈ, ਤਾਂ ਉਹਨਾਂ ਨੂੰ ਇਹ ਕਨਸੈਪਟਸ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ what is responsive web design। responsive web design ਕੀ ਨੇ? Responsive web design is about using HTML and CSS to automatically resize a website। ਜਿਨ੍ਹਾਂ ਵਿਦਿਆਰਥੀਆਂ ਨੇ ਆਲਰੇਡੀ HTML ਤੇ CSS ਕਰ ਚੁੱਕੇ ਨੇ, ਉਹਨਾਂ ਨੂੰ ਉਹਨਾਂ ਦੇ ਇੰਸਟ੍ਰਕਟਰ ਨੇ ਦੱਸਿਆ ਹੋਏਗਾ ਕਿ ਰੀਸਾਈਜ਼ ਕਿਸ ਤਰ੍ਹਾਂ ਹੁੰਦਾ ਹੈ ਔਰ CSS ਕਿਸ ਤਰ੍ਹਾਂ ਇੰਪਲੀਮੈਂਟ ਹੁੰਦੀ ਹੈ, CSS ਨਾਲ ਡਿਜ਼ਾਈਨ ਕਿਸ ਤਰ੍ਹਾਂ ਬਣਾਏ ਜਾਂਦੇ ਨੇ, ਉਹਨਾਂ ਵਾਸਤੇ ਸਟਾਈਲਸ ਕਿਸ ਤਰ੍ਹਾਂ ਲਿਖੇ ਜਾਂਦੇ ਨੇ, ਐਕਸਟਰਨਲ ਸਟਾਈਲ ਸ਼ੀਟ, ਇਨਲਾਈਨ ਸਟਾਈਲ ਸ਼ੀਟ ਔਰ ਬਹੁਤ ਸਾਰੀਆਂ ਹੋਰ ਸਟਾਈਲਸ ਅਸੀਂ ਯੂਜ਼ ਕਰਦੇ ਹਾਂ। ਰਾਈਟ, ਉਹਨਾਂ ਨੇ ਆਲਰੇਡੀ ਕਰ ਚੁੱਕੇ ਹੋ। ਮੈਂ ਆਸ ਕਰਦਾ ਕਿ ਤੁਹਾਨੂੰ ਆਉਂਦਾ ਹੋਵੇਗਾ। ਰਾਈਟ, responsive web design is about making a website look good on all devices like desktops, tablets and phones। ਇੱਕ ਥੱਲੇ ਤੁਹਾਨੂੰ ਚਿੱਤਰ ਨਜ਼ਰ ਆਉਂਦਾ ਹੋਵੇਗਾ ਕਿ 3 ਫੋਟੋਗ੍ਰਾਫਸ ਨੇ। ਸਭ ਤੋਂ ਪਹਿਲੀ ਫੋਟੋਗ੍ਰਾਫ ਜਿਹੜੀ ਹੈਗੀ ਹੈ ਵੱਡੀ ਸਾਰੀ ਨਜ਼ਰ ਆਉਂਦੀ ਪਈ ਹੈ ਪਿਛਲੇ ਪਾਸੇ, ਉਹ ਡੈਸਕਟਾਪ ਹੈ। ਉਸ ਤੋਂ ਉੱਪਰਲੇ ਪਾਸੇ ਜਿਹੜੀ ਫੋਟੋ ਤੁਹਾਨੂੰ ਨਜ਼ਰ ਆ ਰਹੀ ਹੈ ਵਾਲੀ, ਉਹ ਟੈਬਲੇਟ ਦੀ ਹੈ। ਔਰ ਜਿਹੜੀ ਤੀਸਰੀ ਪਿਕਚਰ ਹੈ ਛੋਟੀ ਨਜ਼ਰ ਆ ਰਹੀ ਹੈ, ਇਹ ਤੁਹਾਨੂੰ ਫੋਨ ਦੇ ਸਾਈਜ਼ ਦੀ ਫੋਟੋ ਨਜ਼ਰ ਆ ਰਹੀ ਹੈ। ਰਾਈਟ, ਇਹ ਪਿਕਚਰ ਦਿਖਾਉਣ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਵੈਬਸਾਈਟ ਡਿਵੈਲਪਮੈਂਟ ਵਿੱਚ ਜਾਣਾ ਹੈ, ਤਾਂ ਜਾਂ ਜਿਨ੍ਹਾਂ ਵਿਦਿਆਰਥੀਆਂ ਨੇ ਵੈਬਸਾਈਟ ਨੂੰ ਬਣਾਉਣਾ ਹੈ, ਉਹਨਾਂ ਵਾਸਤੇ ਇਹ ਕਨਸੈਪਟ ਹੁਣ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਜੋ ਵੀ ਤੁਸੀਂ ਬਣਾਓ ਉਹ ਤੁਹਾਡੇ ਡਿਵਾਈਸ ਤੇ ਚੱਲਣ ਦੇ ਨਾਲ ਨਾਲ ਹੋਰ ਦੂਸਰੇ ਡਿਵਾਈਸਿਸ ਦੇ ਉੱਤੇ ਵੀ ਰਨ ਹੋਵੇ। ਅਗਰ ਵੈਬਸਾਈਟ ਬਣ ਗਈ ਹੈ ਤਾਂ ਉਹ ਸਿਰਫ ਡੈਸਕਟਾਪ ਤੇ ਚੱਲ ਰਹੀ ਹੈ, ਲੈਪਟਾਪ ਤੇ ਨਹੀਂ ਚੱਲਦੀ ਪਈ, ਜਾਂ ਟੈਬਲੇਟ ਤੇ ਨਹੀਂ ਚੱਲਦੀ ਪਈ, ਜਾਂ ਫੋਨ ਤੇ ਉਹ ਫਿੱਟ ਨਹੀਂ ਹੁੰਦੀ, ਤਾਂ ਉਹ ਵੈਬਸਾਈਟ ਜਿਹੜੀ ਹੈਗੀ ਹੈ ਸਕਸੈਸਫੁਲ ਵੈਬਸਾਈਟ ਡਿਜ਼ਾਈਨ ਨਹੀਂ ਹੋਏਗਾ। ਅਜਿਹੀ ਵੈਬਸਾਈਟ ਡਿਜ਼ਾਈਨ ਕਰਨੀ ਹੈ ਜਿਹੜੀ ਕਿ ਹਰ ਇੱਕ ਡਿਵਾਈਸ ਦੇ ਉੱਤੇ ਆਟੋਮੈਟਿਕਲੀ ਆਪਣੇ ਆਪ ਨੂੰ ਐਡਜਸਟ ਕਰ ਲੇ, ਰੀਸਾਈਜ਼ ਕਰ ਲੇ ਅਕੋਰਡਿੰਗ ਟੂ ਦਾ width of the device। ਅੱਗੇ ਅਸੀਂ ਦੇਖਦੇ ਹਾਂ ਕਿ what is JavaScript। ਜਾਵਾਸਕ੍ਰਿਪਟ ਸ਼ੁਰੂ ਕਰਨ ਤੋਂ ਪਹਿਲਾਂ ਕਈ
ਜਿਹੜੇ ਵਿਦਿਆਰਥੀ ਹੈ ਉਹਨਾਂ ਨੇ HTML ਦੇ ਕਨਸੈਪਟਸ ਨਹੀਂ ਕਲੀਅਰ ਹੋਣੇ, ਰਾਈਟ। ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਅਸੀਂ HTML ਦੇ ਕਨਸੈਪਟਸ ਵੀ ਵਿੱਚ ਕਲੀਅਰ ਕਰਦੇ ਜਾਵਾਂਗੇ ਅਗਰ ਕਿਸੇ ਨੂੰ ਪ੍ਰੋਬਲਮ ਹੈ ਤਾਂ। ਓਕੇ, ਸੋ ਮੈਂ ਗੱਲ ਕਰਦਾ what is JavaScript। JavaScript is a dynamic computer programming language. It is lightweight and most commonly used as a part of web pages. Scripting language ਦੇ ਨਾਲ dynamic computer programming language ਹੈ। It is lightweight, ਬਹੁਤ ਛੋਟੀ ਹੈ। Most commonly used as a part of web pages। ठीक है जी। और एक वेबसाइट का एक बहुत ही important part है। Whose implements allow client-side script to interact with the user and make dynamic page। ये क्लियर हो जाना बहुत जरूरी है कि JavaScript is a client-side programming language, यानी साडे ब्राउज़र उत्ते होएगा जो होना। It is an interpreted programming language with object-oriented capability। Interpreted है और ऑब्जेक्ट ओरिएंटेड दी कैपेबिलिटी रखती है। JavaScript was first known as LiveScript, but Netscape changed its name to JavaScript। Clear है? JavaScript made its first appearance in Netscape 2.0 in 1995, 1995, with the name LiveScript। सो Netscape एक कंपनी है जिसने अपना ब्राउज़र भी डेवलप किया सी और ब्राउज़र ਦੇ ਨਾਲ ਇੰਟਰੋਡਿਊਸ ਕੀਤੀ JavaScript। ब्राउज़र ਦਾ ਨਾਮ ਸੀਗਾ ਜੀ Netscape Navigator, ਰਾਈਟ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਬ੍ਰਾਊਜ਼ਰਸ ਨੇ ਔਰ ਉਹਨਾਂ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ। ਸੋ ਇਹਦੇ ਵਿੱਚ ਸਾਰੇ ਓਵਰਆਲ ਜਿਹੜਾ ਰਿਜ਼ਲਟ ਨਿਕਲਦਾ ਹੈ ਇਹੀ ਹੈ ਕਿ JavaScript ਇਜ਼ ਇਹ डायनेमिक प्रोग्रामिंग लैंग्वेज छोटी है बहुत ज़्यादा और डायनेमिक पेज डिज़ाइन करती है। डायनेमिक पेज का कंसैप्ट ਜਿਹੜੇ ਹੈਗੇ ਆ ਉਹ ਜਿਸ ਤਰ੍ਹਾਂ ਤੁਹਾਡੇ ਕੰਸੈਪਟ ਕਲੀਅਰ ਹੁੰਦੇ ਜਾਣਗੇ ਅੱਗੇ ਅਸੀਂ ਵਧਦੇ ਜਾਵਾਂਗੇ। ਅਸੀਂ ਡਾਇਨਾਮਿਕ ਜਿਹੜੀ ਹੈਗੀ ਆ ਵੈਬਸਾਈਟ ਡਿਵੈਲਪਮੈਂਟ ਦੇ ਵੱਲ ਅਸੀਂ ਕਦਮ ਰੱਖਦੇ ਜਾਵਾਂਗੇ। ਸੋ ਨੈਕਸਟ ਕਨਫਿਊਜ਼ਨ ਬਹੁਤ ਰਹਿੰਦੀ ਹੈ ਕਿ ਅਗਰ ਕੋਈ ਸਿਖਿਆਰਥੀਆਂ ਨੂੰ ਪੁੱਛ ਲਵੇ ਕਿ ਕੀ ਕਰਦਾ ਉਹ ਕਹਿੰਦਾ ਜਾਵਾ ਕਰਦਾ। ਜਾਵਾ ਸਕ੍ਰਿਪਟ ਦੀ ਬਜਾਏ ਉਹ ਕਹਿੰਦਾ ਮੈਂ ਜਾਵਾ ਕਰਦਾ। ਜਾਵਾ ਤੇ ਜਾਵਾ ਸਕ੍ਰਿਪਟ ਦੋਵੇਂ ਅਲੱਗ-ਅਲੱਗ ਚੀਜ਼ਾਂ ਹੈ। ਆਪਸ ਵਿੱਚ ਮਿਕਸ ਕਰਨ ਦੀ ਕੋਸ਼ਿਸ਼ ਨਾ ਕਰੋ, ਕਨਫਿਊਜ਼ ਨਾ ਹੋਵੋ, ਇਹਨਾਂ ਨੂੰ ਅਲੱਗ-ਅਲੱਗ ਰੱਖੋ। ਜਾਵਾ ਸਕ੍ਰਿਪਟ ਵੱਖਰੀ ਹੈ ਤੇ ਜਾਵਾ ਵੱਖਰੀ ਹੈ। ਇਹਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਮਤ ਕਰੋ, ਨਹੀਂ ਤਾਂ ਕਨਫਿਊਜ਼ਨ ਕ੍ਰੀਏਟ ਹੋ ਜਾਏਗੀ। ਓਕੇ, तो ਅਸੀਂ ਇਸ ਚੀਜ਼ ਨੂੰ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਅਸੀਂ ਇੱਥੇ JavaScript ਤੇ Java ਦਾ ਅਸੀਂ ਡਿਫਰੈਂਸ਼ੀਏਟ ਕਰਾਂਗੇ। ਫਸਟ ਵਨ, JavaScript use interpreted only। Java use both interpreter and compiler, दोनों यूज करता है। पहली तो गल ये है इंटरप्रेटर का काम की है स्टैप बाय स्टैप रीड करना। एक लाइन रीड की चेक किया कि लाइन दे विच प्रॉब्लम तो नहीं, फिर दूसरी लाइन रीड की चेक किया लाइन च प्रॉब्लम तो नहीं, तीसरी चौथी पंजवीं। जे अगर किसी लाइन दे विच प्रॉब्लम आ जाती है, एरर आ जाती है तो प्रोग्राम एग्जीक्यूशन स्टॉप कर दिंदा। पहला उस एरर नूं रिमूव करो फिर उसनूं अगे रन करो। और कंपाइलर का की है, कंपाइलर की करता है, कंपाइलर सारे प्रोग्राम नूं इकट्ठा कंपाइल करता है, सोर्स कोड नूं बाइनरी कोड विच कन्वर्ट कर दिंदा है। जिन्नियां भी एरर्स है इक्को वारी शो करता है। ਅਸੀਂ ਹੌਲੀ ਹੌਲੀ ਉਸ ਐਰਰਸ ਨੂੰ ਦੇਖਦੇ ਰਹਿੰਦੇ ਆ, ਕਲੀਅਰ ਕਰਦੇ ਰਹਿੰਦੇ ਆ ਤੇ ਉਹਨੂੰ ਕੰਪਾਈਲ ਕਰਦੇ ਰਹਿੰਦੇ ਆ। ਸੋ ਸੈਕੰਡ ਪੁਆਇੰਟ ਹੈ JavaScript is especially in OOP scripting language। OOP मतलब object oriented programming। JavaScript especially an object oriented scripting language, not fully
object oriented. It have capability of object oriented programming language. Java is an object oriented programming language, full fledged. Java implement full features of object oriented programming like encapsulation, polymorphism, inheritance, robust, blah blah blah. बहुत सारे ਜਿਹੜੇ ਹੈਗੇ ਹੋਰ ਵੀ ਆਬਜੈਕਟ ਓਰੀਐਂਟਡ ਦੇ ਕਨਸੈਪਟਸ ਜਿਹੜੇ ਹੈਗੇ ਉਹ ਇੰਪਲੀਮੈਂਟ ਕਰ JavaScript code is run on a browser. JavaScript ਦਾ ਜਿਹੜਾ ਜਿੰਨਾ ਵੀ ਕੰਮ ਹੈ ਉਹ ਬ੍ਰਾਊਜ਼ਰ ਉੱਤੇ ਰਨ ਹੋਏਗਾ ਜੋ ਵੀ ਅਸੀਂ ਕੰਮ ਕਰਨਾ ਬ੍ਰਾਊਜ਼ਰ ਉੱਤੇ ਕਲਾਇੰਟ ਸਾਈਡ ਜਿੱਥੇ ਅਸੀਂ ਕੰਮ ਕਰਨਾ ਉੱਥੇ ਹੀ ਸਾਰਾ ਕੁਝ ਇਹਨੇ ਐਗਜ਼ੀਕਿਊਟ ਕਰਦੇ ਰਹਿਣਾ Java creates application that run in a virtual machine or browser. ਦੋ ਤਰ੍ਹਾਂ ਨਾਲ Java ਅਸੀਂ use ਕਰ ਸਕਦੇ ਹਾਂ Java use for to develop web applications Java use for to create application for desktop ਹੋਰ ਵੀ ਬਹੁਤ ਸਾਰੇ ਕੰਮ ਕਰਦੇ ਨੇ Java ਦਾ ਬਹੁਤ ਸਾਰਾ ਹੋਰ ਵੀ ਕਾਰਨਦਾਰ ਹੈ ਬਹੁਤ ਸਾਰੀ ਜਗ੍ਹਾ ਤੇ ਯੂਜ਼ ਹੁੰਦਾ ਹੈ Java ਔਰ Java ਨੂੰ ਅਸੀਂ ਕਈ ਤਰੀਕਿਆਂ ਨਾਲ ਹੋਰ ਵੀ ਡਿਵਾਈਸਿਸ ਦੇ ਵਿੱਚ ਐਮਬੈਡਡ ਪ੍ਰੋਗਰਾਮਿੰਗ ਥਰੂ ਅਸੀਂ ਯੂਜ਼ ਕਰਦੇ ਹਾਂ ਉਹ ਅਸੀਂ ਗੱਲ ਨਹੀਂ ਕਰਾਂਗੇ ਇੱਥੇ ਸਿਰਫ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ Java ਜਿਹੜੀ ਹੈ ਉਹ ਐਪਲੀਕੇਸ਼ਨ ਬਣਾਉਣ ਵਾਸਤੇ ਜਿਹੜਾ ਹੈ ਯੂਜ਼ ਕਰਦੇ ਹਾਂ ਅਸੀਂ ਜਿਸ ਲਈ ਅਸੀਂ virtual machine ਨੂੰ ਯੂਜ਼ ਕਰਦੇ ਹਾਂ ਔਰ browsers ਨੂੰ ਯੂਜ਼ ਕਰ ਸਕਦੇ ਹਾਂ browser for web applications virtual machine for desktop application okay next mainly used for front end JavaScript ਜਿਹੜੀ ਹੈ ਇਹ front end ਵਾਸਤੇ ਮੋਰੇ ਜੋ ਸਾਨੂੰ ਨਜ਼ਰ ਆ ਰਿਹਾ ਉਹਦੇ ਵਾਸਤੇ ਅਸੀਂ ਯੂਜ਼ ਕਰਦੇ ਹਾਂ mainly used for back end Java ਜਿਹੜੀ ਹੈ ਅਸੀਂ back end ਵਾਸਤੇ ਯੂਜ਼ ਕਰਦੇ ਹਾਂ ਪਿਛਲੇ ਪਾਸੇ ਜੋ ਸਾਨੂੰ ਦਿਖਾਈ ਨਹੀਂ ਦੇ ਰਿਹਾ back end programming ਵੀ ਅਸੀਂ ਯੂਜ਼ ਕਰਦੇ ਹਾਂ next the syntax is similar to C JavaScript is similar to C++. Sorry, it's a C++ ਪਾਉਣਾ ਸੀ ਉਹ ਮੈਂ skip ਕਰ ਗਿਆ ਇੱਥੇ C++ ਹੋਣਾ ਚਾਹੀਦਾ ਸੀਗਾ ਮੇਰੀ ਗਲਤੀ ਕਰਕੇ ਉਹ ਇਦਾਂ ਹੋ ਗਿਆ Next can be written in any text editor. Java required Java development kit. Next, JavaScript no need to declare data type. Data type must be declared in case of Java. So ਇਹ confusion ਜਿਹੜੀ ਹੈਗੀ ਹੈ ਇਹ ਵਿਦਿਆਰਥੀਆਂ ਦੇ ਦਿਮਾਗ ਵਿੱਚ ਨਿਕਲ ਜਾਣੀ ਚਾਹੀਦੀ ਹੈ ਅਗਰ ਇਹ confusion ਨਹੀਂ ਨਿਕਲਦੇ ਤਾਂ ਮਤਲਬ ਇਹਨਾਂ ਵਿੱਚ ਤੁਸੀਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਫਿਰ Java ਨੂੰ Java ਹੀ ਮੰਨੀ ਜਾਂਦੀ ਹੈ ਸਟੂਡੈਂਟ JavaScript ਅਲੱਗਾ ਚੀਜ਼ ਹੈ ਔਰ Java ਜਿਹੜੀ ਹੈਗੀ ਆ ਉਹ ਇੱਕ ਅਲੱਗਾ ਪ੍ਰੋਗਰਾਮਿੰਗ ਲੈਂਗੁਏਜ ਹੈ ਸੋ ਹਾਊ ਟੂ ਐਮਬੈਡ ਹੁਣ ਅਸੀਂ ਦੇਖ ਲਿਆ ਕਿ JavaScript ਕੀ ਹੁੰਦੀ ਹੈ JavaScript ਦੀ ਕਨਫਿਊਜ਼ਨ ਕੀ ਹੈ Java ਦੇ ਨਾਲ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਕਿਸ ਤਰ੍ਹਾਂ ਲਿਖਣਾ ਇਹਨੂੰ ਅਸੀਂ ਪਹਿਲਾਂ ਤੋਂ ਯੂਜ਼ ਕਰਦੇ ਹਾਂ HTML ਯੂਜ਼ ਕੀਤਾ ਹੈਡ ਯੂਜ਼ ਕੀਤਾ ਟਾਈਟਲ ਯੂਜ਼ ਕੀਤਾ ਹੈਡ ਬੋਡੀ ਯੂਜ਼ ਕੀਤੀ ਹੈ ਬੋਡੀ ਬੰਦ ਕੀਤੀ ਹੈ HTML ਬੰਦ ਕੀਤਾ ਇਹ ਸਾਰਾ ਕੁਝ ਅਸੀਂ ਪਹਿਲਾਂ ਤੋਂ ਹੀ ਕਰ ਚੁੱਕੇ ਦੇਖ ਚੁੱਕੇ ਇੱਕ ਨਵੀਂ ਚੀਜ਼ ਸਾਡੇ ਕੋਲ ਇੱਕ ਇੱਥੇ ਅਪੀਅਰ ਹੋ ਗਈ ਹੈ script language equal to JavaScript type text and JavaScript code here ਕੋਡ ਜੋ ਵੀ JavaScript ਦੀ ਪ੍ਰੋਗਰਾਮਿੰਗ ਕਰਨੀ ਹੈ ਉਹ ਇਹਦੇ ਦਰਮਿਆਨ ਸਟਾਰਟਿੰਗ ਔਰ ਐਂਡ ਟੈਗ ਦੇ ਵਿੱਚ ਅਸੀਂ ਕਰਨੀ ਹੈ ਰਾਈਟ ਮੈਂ ਇੱਕ ਤੁਹਾਡੀ ਜਾਣਕਾਰੀ ਦੱਸ ਦਵਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਕ੍ਰਿਪਟਿੰਗ ਨੂੰ ਬੋਡੀ ਅੰਦਰ ਲਿਖਣਾ ਤੁਸੀਂ ਹੈਡ ਅੰਦਰ ਵੀ ਲਿਖ ਸਕਦੇ ਹੋ ਹੈਡ ਟੈਗ ਦੇ ਅੰਦਰ ਵੀ ਲਿਖ ਸਕਦੇ ਹੋ ਇਹਨੂੰ ਬੋਡੀ ਦੇ ਵਿੱਚ ਲਿਖ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਕਿੱਥੇ ਲਿਖਣਾ ਠੀਕ ਹੈ ਜੀ ਇਹ ਇੱਕ ਬੇਸਿਕ ਸਟਰਕਚਰ ਹੈ ਪ੍ਰੋਗਰਾਮਿੰਗ ਦਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਲਿਖਣਾ ਹੈ ਫਿਰ ਅਸੀਂ ਅੱਗੇ ਤੋਂ ਅੱਗੇ ਪ੍ਰੋਗਰਾਮ ਬਾਰੇ ਹੋਰ ਪੜਾਂਗੇ ਜਿਸ ਤਰ੍ਹਾਂ ਪੜ੍ਹਦੇ ਜਾਵਾਂਗੇ ਉਦਾਂ ਅਸੀਂ ਪ੍ਰੋਗਰਾਮਿੰਗ ਕਰਦੇ ਜਾਵਾਂਗੇ ਠੀਕ ਹੈ ਸੋ ਅਸੀਂ ਪ੍ਰੋਗਰਾਮਿੰਗ ਵੱਲ ਵਧਣ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਅਸੀਂ ਬ੍ਰਾਊਜ਼ਰਸ ਤੇ ਟੈਕਸਟ ਐਡੀਟਰ ਕਿਹੜੇ ਯੂਜ਼ ਕਰ ਸਕਦੇ ਹਾਂ ਇਹ ਤੁਹਾਡੀ ਆਪਸ਼ਨ ਹੈ ਇਹ ਕੋਈ ਬੰਦਿਸ਼ ਨਹੀਂ ਹੈ
ਕਿ ਤੁਸੀਂ ਗੂਗਲ ਕ੍ਰੋਮ ਹੀ ਯੂਜ਼ ਕਰੋ ਜਾਂ ਇੰਟਰਨੈਟ ਐਕਸਪਲੋਰਰ ਹੀ ਯੂਜ਼ ਕਰੋ, ਰਾਈਟ। ਹੋਰ ਵੀ ਬਹੁਤ ਸਾਰੇ ਬਰਾਊਜ਼ਰਸ ਨੇ, ਉਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ, ਬਟ ਬੈਟਰ ਰਿਜ਼ਲਟ ਲੈਣਾ ਹੈ ਤਾਂ ਗੂਗਲ ਕ੍ਰੋਮ ਜਾਂ ਇੰਟਰਨੈਟ ਐਕਸਪਲੋਰਰ ਤੁਸੀਂ ਯੂਜ਼ ਕਰੋ, ਰਾਈਟ। ਔਰ ਸਾਡੇ ਕੋਲ ਨੰਬਰ ਆਫ ਲਿਸਟ ਜਿਹੜੀ ਹੈਗੀ ਆ ਸਾਡੇ ਕੋਲ ਬਰਾਊਜ਼ਰਸ ਦੀ ਹੈਗੀ ਆ, ਟੈਕਸਟ ਐਡੀਟਰਸ ਹੈਗੇ ਨੇ, ਨਾਲ ਮੈਂ ਦਿੱਤੇ ਉਹਨਾਂ ਦੇ ਲਿੰਕਸ ਵੀ ਦਿੱਤੇ ਹੋਏ ਨੇ, ਤੁਸੀਂ ਉਹਨੂੰ ਡਾਊਨਲੋਡ ਵੀ ਕਰ ਸਕਦੇ ਹੋ, ਫ੍ਰੀ ਆਫ ਕਾਸਟ ਹੈ, ਕੋਈ ਪ੍ਰੋਬਲਮ ਨਹੀਂ। ਵੈਬ ਬਰਾਊਜ਼ਰ ਸਾਡੇ ਕੋਲ ਨੇ ਗੂਗਲ ਕ੍ਰੋਮ, ਇੰਟਰਨੈਟ ਐਕਸਪਲੋਰਰ, ਟੈਕਸਟ ਨੈਟਸਕੇਪ ਨੈਵੀਗੇਟਰ, ਓਪੇਰਾ ਮਿਨੀ, ਔਰ ਫਾਇਰਫੌਕਸ ਵੀ ਹੈ ਸਾਡੇ ਕੋਲ, ਉਹ ਮੈਂ ਨਹੀਂ ਲਿਖਿਆ। ਸਾਡੇ ਕੋਲ ਹੋਰ ਵੀ ਜੂਸੀ ਬਰਾਊਜ਼ਰਸ ਵੀ ਹੈਗੇ ਨੇ, ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ, ਪਰ ਬੈਟਰ ਰਿਜ਼ਲਟ ਜਿਹੜਾ ਤੁਹਾਨੂੰ ਹੈ ਗੂਗਲ ਕ੍ਰੋਮ ਔਰ ਇੰਟਰਨੈਟ ਐਕਸਪਲੋਰਰ ਹੀ ਦੇਵੇਗਾ। ਸੋ ਟੈਕਸਟ ਐਡੀਟਰ ਸਾਡੇ ਕੋਲ ਹੈ ਨੋਟਪੈਡ, ਜੋ ਬਿਲਟ ਇਨ ਹੈ ਵਿੰਡੋਜ਼ ਦੇ ਅੰਦਰ, ਨੋਟਪੈਡ ਪਲੱਸ ਪਲੱਸ, ਜਿਹਦਾ ਮੈਂ ਤੁਹਾਨੂੰ ਲਿੰਕ ਦਿੱਤਾ ਹੋਇਆ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਇੱਥੋਂ। ਸਬਲਾਈਮ, ਇਹਦਾ ਵੀ ਲਿੰਕ ਦਿੱਤਾ ਹੋਇਆ, ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ। ਇੱਕ ਵਿਮ ਹੈ, ਉਹਦਾ ਵੀ ਤੁਸੀਂ ਇਹਨੂੰ ਲਿੰਕ ਦੇ ਥਰੂ ਡਾਊਨਲੋਡ ਕਰ ਸਕਦੇ ਹੋ। ਬੈਟਰ ਅਸੀਂ ਅਗਰ ਯੂਜ਼ ਕਰਨਾ ਹੈ ਤਾਂ ਨੋਟਪੈਡ ਪਲੱਸ ਪਲੱਸ ਇਟਸ ਅ ਫ੍ਰੀ ਆਫ ਕਾਸਟ, ਤੁਸੀਂ ਕਦੋਂ ਵੀ ਡਾਊਨਲੋਡ ਕਰ ਸਕਦੇ ਹੋ, ਆਪਣੇ ਕੰਪਿਊਟਰ ਤੇ ਇੰਸਟਾਲ ਕਰ ਸਕਦੇ ਹੋ, ਰਾਈਟ। ਨੋਟਪੈਡ ਜਿਹੜਾ ਹੈ ਸਾਡੇ ਕੋਲ ਇਨਬਿਲਡ ਹੈ, ਉਹਦੇ ਲਈ ਕੋਈ ਵੀ ਅਲੱਗਾ ਕੋਈ ਚੀਜ਼ ਸਾਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਹੈਗੀ, ਇਨਬਿਲਡ ਹੈ। ਬਾਕੀ ਵਿਦਿਆਰਥੀਆਂ ਦੇ ਦਿਮਾਗ ਦੇ ਵਿੱਚ ਇਹ ਨਾ ਰਵੇ ਕਿ ਅਸੀਂ ਜਾਵਾਸਕ੍ਰਿਪਟ ਯੂਜ਼ ਕਰਨੀ ਹੈ ਤਾਂ ਉਹਦੇ ਵਾਸਤੇ ਸਾਨੂੰ ਕੁਛ ਨਾ ਕੁਛ ਇੰਸਟਾਲ ਕਰਨਾ ਪਏਗਾ। ਸਾਨੂੰ ਕੁਛ ਵੀ ਇੰਸਟਾਲ ਨਹੀਂ ਕਰਨਾ ਪਏਗਾ। ਗੂਗਲ ਕ੍ਰੋਮ, ਇੰਟਰਨੈਟ ਐਕਸਪਲੋਰਰ ਆਲਰੇਡੀ ਸਾਡੇ ਕੋਲ ਹੁੰਦੇ ਨੇ, ਟੈਕਸਟ ਐਡੀਟਰ ਸਾਡੇ ਕੋਲ ਆਲਰੇਡੀ ਪਿਆ ਵਾ, ਸਾਨੂੰ ਕਿਸੇ ਵੀ ਚੀਜ਼ ਦੀ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਪੈਣੀ। ਸੋ ਇਸ ਕਰਕੇ ਤੁਸੀਂ ਇੱਦਾਂ ਦੀ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਅਗਰ ਤੁਸੀਂ ਡਾਊਨਲੋਡ ਕਰਨਾ ਤਾਂ ਨੋਟਪੈਡ ਪਲੱਸ ਪਲੱਸ ਕਰ ਸਕਦੇ ਹੋ, ਇਹ ਬੈਟਰ ਹੈ, ਰਾਈਟ। ਤੇ ਅਗਰ ਤੁਸੀਂ ਨਹੀਂ ਕਰਨਾ, ਅਗਰ ਤੁਹਾਡੇ ਕੋਲ ਇੰਟਰਨੈਟ ਨਹੀਂ ਹੈ ਤਾਂ ਤੁਸੀਂ ਨੋਟਪੈਡ ਯੂਜ਼ ਕਰ ਸਕਦੇ ਹੋ ਜੋ ਇਨਬਿਲਟ ਹੈ। ਸੋ ਇਹਦੇ ਵਿੱਚ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਸੋ ਮੈਂ ਤੁਹਾਡਾ ਥੈਂਕਸ ਕਰਦਾ। ਵੀਡੀਓ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤਾਂ ਕਿ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਵੀਡੀਓ ਮਿਲੇ ਔਰ ਉਹਨਾਂ ਦਾ ਫਾਇਦਾ ਹੋਵੇ, ਤੇ ਨਾਲ ਦੀ ਨਾਲ ਉਹਨਾਂ ਨੂੰ ਨੋਟੀਫਿਕੇਸ਼ਨ ਵੀ ਆਉਂਦਾ ਰਹੇ ਜਿਹੜਾ ਮੈਂ ਲੈਕਚਰ ਤਿਆਰ ਕਰਾਂ। ਸੋ ਧੰਨਵਾਦ, ਅਗਲੇ ਲੈਕਚਰ ਤੱਕ ਗੁੱਡ ਬਾਏ।